ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਦੀ। ਤਾਂ ਰਾਈਟਿੰਗ ਵਿੱਚ ਆਪਣੇ ਕੋਲ ਹੈਗਾ ਟਾਸਕ 2। ਜਿਹੜੀ ਟਾਈਪ ਹੈਗੀ ਉਹ ਆਪਣੇ ਕੋਲ ਹੈਗੀ ਆ ਰੀਜ਼ਨ ਐਂਡ ਸੋਲਿਊਸ਼ਨ। ਠੀਕ ਆ, ਤਾਂ ਇੱਕ ਸਟੇਟਮੈਂਟ ਦਿੱਤੀ ਗਈ ਉਹਦੇ ਪਿੱਛੇ ਆਪਾਂ ਰੀਜ਼ਨ ਦੱਸਣਾ ਵਾ ਅਤੇ ਸੋਲਿਊਸ਼ਨਸ ਦੇਣੇ ਹੈਗੇ ਆ। ਠੀਕ ਆ, ਤਾਂ ਇਸ ਦੇ ਵਿੱਚ ਆਪਾਂ ਜਿਹੜੀ ਅੱਜ ਸਿੰਪਲ ਆਂਸਰ ਦੇ ਨਾਲ ਗੱਲ ਕਰਾਂਗੇ। ਜਿਹੜੇ ਇੰਟਰੋ ਕਿੱਦਾਂ ਕਰੀ ਦੀ ਹੈ, ਰੀਫਰੇਸ ਕਿੱਦਾਂ ਕਰੀ ਦੀ ਹੈ, ਤਾਂ ਥੀਸਿਸ ਲਾਈਨ ਕਿੱਦਾਂ ਦੇਈ ਦੀ ਹੈ। ਠੀਕ ਆ, ਇਸ ਟਾਈਪ ਦੀ। ਤਾਂ BP1 ਵਿੱਚ ਟਾਸਕ ਸਟੇਟਮੈਂਟ ਕਿੱਦਾਂ ਦੇਣੀ ਹੈ, ਸਪੋਰਟ ਉਸ ਨੂੰ ਕਿਵੇਂ ਕਰਨਾ, ਐਗਜ਼ਾਮਪਲ ਕਿਹੜੀ ਐਡ ਕਰਨੀ ਹੈਗੀ ਹੈ, ਰਿਜ਼ਲਟ ਕਿੱਦਾਂ ਦੇਣਾ। ਠੀਕ ਆ, ਫਿਰ ਐਟ ਦਾ ਐਂਡ ਤੁਸੀਂ ਕਨਕਲੂਜਨ ਕਿੱਦਾਂ ਲਿਖਣਾ ਹੈਗਾ ਗਾ। ਤਾਂ ਇੱਕ ਤੁਹਾਨੂੰ ਅੱਜ ਇੱਕ ਨਿਊ ਆਪਾਂ ਚੀਜ਼ ਦੱਸਣੀ ਹੈਗੀ ਆ। ਇਨ ਐਡੀਸ਼ਨ ਐਂਡ ਅਪਾਰਟ ਫਰੋਮ ਦਿਸ ਜਿਹੜੇ ਆਪਣੇ ਕੋਲ 2 ਕਨੈਕਟਰਸ ਹੈਗੇ ਆ ਤੁਹਾਨੂੰ ਸ਼ੋ ਹੋ ਰਹੇ ਹੋਣਗੇ। ਤਾਂ ਇਹਨਾਂ ਦਾ ਯੂਜ਼ ਆਪਾਂ ਕਿੱਥੇ ਕਰਨਾ ਅਤੇ ਕਿਵੇਂ ਕਰਨਾ ਹੈਗਾ ਉਹ ਚੰਗੀ ਤਰ੍ਹਾਂ ਦੱਸੂਗੀ। ਤਾਂ ਜਿਹੜੇ ਆਪਣੇ ਕੋਲ BP1 ਦੇ ਲਈ ਡਿਫਰੈਂਟ 4 ਕਨੈਕਟਰਸ ਇਸ ਸੈਂਪਲ ਆਂਸਰ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ। ਤਾਂ BP2 ਦੇ ਵਿੱਚ ਜਿਹੜੇ ਡਿਫਰੈਂਟ 4। ਠੀਕ ਆ, ਤਾਂ ਆਪਾਂ ਜਿਹੜੀ ਅੱਜ ਸਾਰੀ ਸੈਂਪਲ ਆਂਸਰ 'ਤੇ ਗੱਲ ਕਰਾਂਗੇ ਕਿ ਕਿੱਦਾਂ ਜਿਹੜੀ ਆਪਾਂ ਆਪਣੀ ਰਾਈਟਿੰਗ ਇਫੈਕਟਿਵ ਬਣਾ ਸਕਦੇ ਹਾਂ। ਸੈਂਟੈਂਸ ਵੇਰੀਏਸ਼ਨ, ਟਾਸਕ ਰਿਸਪੌਂਸ, ਤਾਂ ਸਾਰਾ ਕੁਛ ਆਪਾਂ ਜਿਹੜਾ ਅੱਜ ਟਾਸਕ 2 ਦਾ ਕਵਰ ਕਰਾਂਗੇ ਇਹਦੇ ਵਿੱਚ। ਫਸਟ ਆਫ ਆਲ ਆਪਾਂ ਦੇਖਦੇ ਹੈਗੇ ਹਾਂ ਕਿ ਆਪਣੇ ਕੋਲ ਸਟੇਟਮੈਂਟ ਕੀ ਆ। ਸਟੇਟਮੈਂਟ ਕਹਿ ਰਹੀ ਆਪਾਂ ਨੂੰ ਕਿ ਮੋਰ ਐਂਡ ਮੋਰ ਵਾਈਲਡ ਐਨੀਮਲਸ ਆਰ ਔਨ ਦਾ ਵਰਜ ਆਫ ਐਕਸਟਿੰਕਸ਼ਨ ਐਂਡ ਅਦਰਸ ਆਰ ਔਨ ਦਾ ਇੰਡੇਂਜਰਡ ਲਿਸਟ। ਠੀਕ ਆ, ਤਾਂ ਜਿਹੜੇ ਕੀ ਕਹਿ ਰਹੇ ਉਹ ਕਹਿੰਦੇ ਐਨੀਮਲਸ, ਵਾਈਲਡ ਐਨੀਮਲਸ ਹੈਗੇ ਆ ਤਾਂ ਉਹ ਮਤਲਬ ਕਿ ਡਿਸਅਪੀਅਰ ਹੋ ਰਹੇ ਹੈਗੇ ਆ। ਅਤੇ ਅਦਰ ਜਿਹੜੇ ਮਤਲਬ ਕਿ ਅੱਧੇ ਤਾਂ ਖਤਮ ਹੋ ਗਿਆ, ਅੱਧੇ ਜਿਹੜੇ ਮਤਲਬ ਕਿ ਡੇਂਜਰ ਲਿਸਟ 'ਤੇ ਹੈਗੇ ਆ, ਹੈ ਨਾ, ਮਤਲਬ ਹੋਣ ਵਾਲੇ ਹੈਗੇ ਆ। ਵਟ ਆਰ ਦਾ ਰੀਜ਼ਨ ਫੋਰ ਦਿਸ, ਤਾਂ ਕਿਹੜੇ ਰੀਜ਼ਨਸ ਹੈਗੇ ਆ। ਵਟ ਕੈਨ ਬੀ ਡਨ ਟੂ ਸੋਲਵ ਦਿਸ ਪ੍ਰੋਬਲਮ। ਤਾਂ ਹੁਣ ਆਪਣੇ ਕੋਲ ਜਿਹੜਾ ਸਟਰਕਚਰ ਆ ਉਹਨੂੰ ਸਮਝਦੇ ਆਪਾਂ ਸਟਰਕਚਰ ਕਿਵੇਂ ਕਰਨਾ ਹੈਗਾ। ਦੇਖੋ ਇੰਟਰੋ ਆਪਣੇ ਕੋਲ ਆ ਗਈ। ਇੰਟਰੋ ਵਿੱਚ 2 ਚੀਜ਼ਾਂ ਹੁੰਦੀਆਂ, ਰੀਫਰੇਸ ਪਲੱਸ ਥੀਸਿਸ ਲਾਈਨ। ਰੀਫਰੇਸ ਦਾ ਇਹ ਧਿਆਨ ਰੱਖਣਾ ਹੈਗਾ ਕਿ ਮੀਨਿੰਗ ਸੇਮ ਨਿਕਲੇ ਐਜ਼ ਜਿਹੜੀ ਆਪਣੇ ਕੋਲ ਸਟੇਟਮੈਂਟ ਹੈਗੀ ਆ ਉੱਦਾਂ ਦਾ ਮੀਨਿੰਗ ਸੇਮ ਨਿਕਲਣਾ ਚਾਹੀਦਾ। ਵਰਡ ਐਂਡ ਸੈਂਟੈਂਸ ਫੋਰਮੇਸ਼ਨ ਬਿਲਕੁਲ ਚੇਂਜ ਹੋਣੀ ਚਾਹੀਦੀ ਹੈ। ਠੀਕ ਆ, ਤਾਂ ਥੀਸਿਸ ਲਾਈਨ ਦੀ ਗੱਲ ਕਰੀਏ ਜੇ, ਥੀਸਿਸ ਲਾਈਨ ਤੋਂ ਇਹ ਕਲੀਅਰ ਹੋਣਾ ਚਾਹੀਦਾ ਕਿ ਆਪਾਂ ਜਿਹੜਾ ਅੱਗੇ ਟਾਸਕ ਦੇ ਵਿੱਚ ਕੀ ਪਰਫੋਰਮ ਕਰਨ ਜਾ ਰਹੇ ਹਾਂ। ਐਗਜ਼ਾਮੀਨਰ ਨੂੰ ਉਦੋਂ ਹੀ ਥੀਸਿਸ ਲਾਈਨ ਪੜ੍ਹਦੇ ਸਾਰੇ ਹੀ ਪਤਾ ਚੱਲ ਜਾਵੇ ਕੀ ਕਰਨ ਜਾ ਰਹੇ ਹਾਂ ਆਪਾਂ। ਠੀਕ ਆ, ਅੱਗੇ ਇਹ ਹੋ ਗਈ ਆਪਣੀ ਇੰਟਰੋ। BP1 ਦੀ ਗੱਲ ਕਰੀਏ ਤਾਂ BP1 ਦੇ ਵਿੱਚ 4 ਆਪਾਂ ਜਿਹੜੀਆਂ ਮਤਲਬ ਚੀਜ਼ਾਂ ਜਿਹੜੀਆਂ ਪਾਉਣੀਆਂ ਹੈਗੀਆਂ। ਕੀ ਹੈਗਾ, ਫਸਟ ਟਾਸਕ ਸਟੇਟਮੈਂਟ, ਸਪੋਰਟ ਆਈਡੀਆ, ਉਹਨੂੰ ਸਪੋਰਟ ਕਰਨਾ। ਇੱਕ ਮੇਨ ਆਈਡੀਆ ਦਿੱਤਾ ਵੀ ਆਹ ਵਾਲਾ ਰੀਜ਼ਨ ਹੈਗਾ ਮੰਨ ਲਓ, ਹੈ ਨਾ, ਤਾਂ ਉਹਨੂੰ ਦੱਸਣਾ, ਸਪੋਰਟ ਕਰਨਾ ਜਾਂ ਕਿਵੇਂ ਆ ਇਹ, ਕਾਹਤੋਂ ਆ, ਹੈ ਨਾ, ਇਹ ਰੀਜ਼ਨ ਮੈਂ ਕਿਉਂ ਮੰਨਦਾ ਵੀ ਇਹ ਵਾਲਾ ਰੀਜ਼ਨ ਇਹਦੇ ਮਗਰ, ਉਹ ਆਈਡੀਆ ਦੇਣਾ ਆਪਾਂ। ਠੀਕ ਆ, ਫਿਰ ਆਪਾਂ ਐਗਜ਼ਾਮਪਲ 'ਚ ਤੁਸੀਂ ਸਰਵੇ ਐਡ ਕਰੋ, ਸਟੱਡੀ ਐਡ ਕਰੋ ਕੋਈ, ਹੈ ਨਾ, ਅਤੇ ਜਾਂ ਫਿਰ ਕੋਈ ਜੇ ਮਤਲਬ ਹੈ ਤੁਹਾਡੇ ਕੋਲ ਐਗਜ਼ਾਮਪਲ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ। ਬਟ ਐਗਜ਼ਾਮਪਲ ਜਿਹੜੀ ਪਰਸਨਲ ਐਗਜ਼ਾਮਪਲ ਨਹੀਂ ਹੋਣੀ ਚਾਹੀਦੀ। ਠੀਕ ਆ, ਅਤੇ ਐਟ ਦਾ ਐਂਡ ਤੁਸੀਂ ਕਨੈਕਟਰ ਯੂਜ਼ ਕਰਕੇ ਰਿਜ਼ਲਟ ਦੇਣਾ। ਜਦੋਂ ਤੁਸੀਂ 4 ਜਿਹਦੇ ਟਾਸਕ ਸਟੇਟਮੈਂਟ ਲਈ ਇੱਕ ਡਿਫਰੈਂਟ ਕਰੈਕਟਰ ਹੋਣਾ ਚਾਹੀਦਾ, ਸਪੋਰਟ ਆਈਡੀਆ ਲਈ ਡਿਫਰੈਂਟ ਹੋਣਾ ਚਾਹੀਦਾ, ਐਗਜ਼ਾਮਪਲ ਲਈ ਇੱਕ ਹੋਰ, ਅਤੇ ਰਿਜ਼ਲਟ ਲਈ ਵੀ ਨਿਊ ਹੋਣਾ ਚਾਹੀਦਾ। ਠੀਕ ਆ, ਤਾਂ ਹੁਣ ਆਪਾਂ ਗੱਲ ਕਰਦੇ ਹਾਂ BP2 ਦੀ। ਤਾਂ BP2 ਦੇ ਵਿੱਚ ਵੀ ਟਾਸਕ ਸਟੇਟਮੈਂਟ, ਸਪੋਰਟ ਆਈਡੀ, ਐਗਜ਼ਾਮਪਲ ਐਂਡ ਰਿਜ਼ਲਟ, ਅਤੇ 4 ਕਨੈਕਟਰਸ ਡਿਫਰੈਂਟ ਇਹਦੇ ਲਈ ਵੀ ਯੂਜ਼ ਕਰਨੇ। ਜਿਹੜੇ BP1 ਦੇ ਵਿੱਚ ਉਹ BP2 ਦੇ ਵਿੱਚ ਆਪਾਂ ਨਹੀਂ ਯੂਜ਼ ਕਰਨੇ। ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਕਿੱਦਾਂ ਕਰਨਾ ਹੈਗਾ। ਵਟ ਆਰ ਦਾ ਰੀਜ਼ਨ ਫੋਰ ਦਿਸ, ਤਾਂ ਰੀਜ਼ਨ ਕੀ ਆ। ਜਿਹੜਾ ਰੀਜ਼ਨ ਦਾ ਬਣੂਗਾ ਉਹ BP1 ਬਣੂਗਾ। ਠੀਕ ਹੈ, ਜਿਹੜਾ ਸੋਲਿਊਸ਼ਨਸ ਦਾ ਬਣੂਗਾ ਤਾਂ ਉਹ ਬਣੂਗਾ BP2। ਤਾਂ ਹੁਣ ਆਪਾਂ ਟਾਸਕ ਰਿਸਪੌਂਸ ਦੇਖੋ, ਉਹਨਾਂ ਨੇ ਆਪਾਂ ਨੂੰ ਕਿਹਾ ਹੈਗਾ ਗਾ ਵਟ ਆਰ ਦਾ ਰੀਜ਼ਨਸ। ਤਾਂ ਹੁਣ ਉਹਨਾਂ ਨੇ ਆਪਾਂ ਨੂੰ 2 ਮਤਲਬ ਕਿ ਰੀਜ਼ਨਸ ਪੁੱਛਿਆ, ਜਾਣੀ ਕਿ ਇੱਕ ਤੋਂ ਵੱਧ ਆਪਾਂ ਨੂੰ ਲਿਖਣੇ ਪੈਣਗੇ। ਰੀਜ਼ਨਸ ਪੁੱਛਿਆ। ਠੀਕ ਆ, ਜੇ ਉੱਥੇ ਇਹਨਾਂ ਨੇ ਕਿਹਾ ਹੁੰਦਾ ਕਿ ਮੇਨ ਰੀਜ਼ਨ ਕੀ ਹੈ ਤਾਂ ਆਪਾਂ ਇੱਕ ਲਿਖ ਦਿੰਦੇ, ਹੈ ਨਾ, ਟਾਸਕ ਸਟੇਟਮੈਂਟ, ਸਪੋਰਟ ਆਈਡੀ, ਐਗਜ਼ਾਮਪਲ, ਰਿਜ਼ਲਟ ਇਲੈਬੋਰੇਟ ਕਰਕੇ ਚੰਗੀ ਤਰ੍ਹਾਂ, ਅਤੇ ਆਪਣਾ ਹੋ ਜਾਣਾ ਸੀਗਾ। ਬਟ ਇੱਥੇ ਉਹਨਾਂ ਨੇ ਕਹਿਤਾ ਰੀਜ਼ਨ 2, ਮਤਲਬ ਕਿ ਇੱਕ ਤੋਂ ਵੱਧ ਰੀਜ਼ਨ ਦੱਸਣੇ ਪੈਣੇ, ਫਿਰ ਆਪਾਂ 2 ਦੱਸ ਦਾਂਗੇ। ਠੀਕ ਆ, ਵਟ ਕੈਨ ਬੀ ਡਨ ਟੂ ਸੋਲਵ ਦਿਸ ਪ੍ਰੋਬਲਮ। ਤਾਂ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਕੀ ਕੀਤਾ। ਸੋਲਿਊਸ਼ਨ ਆਪਾਂ ਇੱਕ ਵੀ ਲਿਖ ਸਕਦੇ ਕਿਉਂਕਿ ਇੱਥੇ ਕੋਈ ਕਿਤੇ ਮੈਂਸ਼ਨ ਨਹੀਂ ਹੈਗਾ ਕਿ ਆਪਾਂ ਇੱਕ ਤੋਂ ਵੱਧ ਲਿਖਣਾ ਹੈਗਾ। ਠੀਕ ਆ, ਤਾਂ ਸੋਲਿਊਸ਼ਨ ਆਪਾਂ ਇੱਕ ਲਿਖ ਸਕਦੇ ਹਾਂ। ਤੁਸੀਂ ਜਦੋਂ ਵੀ ਆਪਣੇ ਕੋਲ ਰੀਜ਼ਨ ਅਤੇ ਜਿਹੜੀ ਸੋਲਿਊਸ਼ਨ ਦੀ ਆ ਜਾਵੇ ਸਟੇਟਮੈਂਟ, ਤੁਸੀਂ ਇਹ ਦੇਖਣਾ ਕਿ ਆਪਣੇ ਕੋਲ ਰੀਜ਼ਨ ਇੱਕ ਤੋਂ ਜ਼ਿਆਦਾ ਪੁੱਛੇ ਜਾਂ ਸੋਲਿਊਸ਼ਨ। ਠੀਕ ਆ, ਤਾਂ ਉੱਥੇ ਤੁਸੀਂ ਕੀ ਯੂਜ਼ ਕਰਨਾ, ਇਨ ਐਡੀਸ਼ਨ ਐਂਡ ਅਪਾਰਟ ਫਰੋਮ ਦਿਸ। ਜਦੋਂ ਤੁਹਾਡਾ ਰਿਜ਼ਲਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਨ ਐਡੀਸ਼ਨ ਕਰਕੇ ਇੱਕ ਜਿਹੜਾ ਆਈਡੀਆ ਹੋਰ ਦੇਣਾ, ਉਹਨੂੰ ਤੁਸੀਂ ਇਸ ਤਰੀਕੇ ਨਾਲ ਲਿਖਣਾ ਹੈਗਾ ਕਿ ਜੋ ਆਪਾਂ ਕਹਿਣਾ ਚਾਹੁੰਦੇ ਹਾਂ ਉਹ ਐਗਜ਼ਾਮੀਨਰ ਨੂੰ ਪਤਾ ਵੀ ਲੱਗ ਜਾਵੇ, ਹੈ ਨਾ, ਅਤੇ ਜ਼ਿਆਦਾ ਉਹ ਇਲੈਬੋਰੇਟ ਵੀ ਨਹੀਂ ਕਰਨਾ। ਕਿਉਂਕਿ ਜੇ ਆਪਾਂ ਟਾਸਕ ਸਟੇਟਮੈਂਟ, ਸਪੋਰਟ ਆਈਡੀ, ਐਗਜ਼ਾਮਪਲ, ਰਿਜ਼ਲਟ ਸਟਰਕਚਰ ਪੂਰਾ ਬਣਾਇਆ BP1 ਦਾ, ਅਤੇ ਜੇ ਆਪਾਂ ਇਨ ਐਡੀਸ਼ਨ ਦੇ ਵਿੱਚ ਫਿਰ ਆਪਾਂ ਇੱਕ ਮਤਲਬ ਕਿ BP ਇੱਕ ਹੋਰ ਬਣਾਤਾ, ਹੈ ਨਾ, ਇਨ ਐਡੀਸ਼ਨ ਪਾ ਕੇ ਇੱਕ ਹੋਰ ਆਈਡੀਆ ਦਾ, ਤਾਂ ਉਹ ਲੈਂਥ ਜਿਹੜੀ ਓਵਰ ਲੈਂਥ ਹੋ ਜਾਊਗਾ ਆਪਣਾ ਐਸੇ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਰਾ ਕਿੱਦਾਂ ਕਰਨਾ। ਸੈਂਪਲ ਆਂਸਰ ਦੇਖਦੇ ਹਾਂ। ਠੀਕ ਆ, ਫਸਟ ਆਫ ਆਲ ਹੁਣ ਆਪਾਂ ਇੰਟਰੋ ਦੇਖਦੇ ਹਾਂ। ਇਟ ਇਜ਼ ਅਬਜ਼ਰਵ ਦੈਟ, ਤੁਸੀਂ ਕਿਸੇ ਵੀ ਐਸੇ ਦੇ ਵਿੱਚ ਇਹਨੂੰ ਐਡ ਕਰ ਸਕਦੇ ਹਾਂ। A lot of animal species have gone extinct on their population have been lower to a significant level। ਠੀਕ ਆ, ਤਾਂ ਕਹਿੰਦੇ ਜਿਹੜੇ ਲੋਟਸ ਆਫ ਐਨੀਮਲ ਆ, ਹੈ ਨਾ, ਉਹ ਐਕਸਟਿੰਕਸ਼ਨ ਹੋ ਗਈ ਉਹਨਾਂ ਦੀ, ਅਤੇ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਹੈਗੀ ਆ ਉਹ ਇੱਕ ਇੰਨੀ ਜ਼ਿਆਦਾ ਮਤਲਬ ਇੱਕ ਬਹੁਤ ਵੱਡੇ ਲੈਵਲ 'ਤੇ ਲੋ ਹੋ ਗਈ ਹੈ। ਠੀਕ ਆ, ਤਾਂ ਦੇਖੋ ਆਪਾਂ ਇਹ ਜਿਹੜਾ ਕੀਤੀ ਹੈਗੀ ਹੈ ਰੀਫਰੇਸ।
ਤਾਂ ਹੁਣ ਦੇਖਦੇ ਆ ਆਪਣਾ मीनिंग सेम निकलदा। तो मीनिंग उन्होंने अपन की स्टेटमेंट दे विच कहा कि जिहड़े एनीमल्स है उन्हां दी एक्सटिंक्शन हो रही है तो अदर आर द इन डेंजर लिस्ट। ठीक है, तो सेम आपां गल कह दित्ती हैगी है। ठीक है, कि वो एक लोअर लैवल ते जिहड़े घट चुके हैगे आ। हुण आपां करनी हैगी थीसिस लाइन की गल। तो अपनी रीफ्रेस हो गई, रीफ्रेस हो गई। हुण अपनी थीसिस लाइन की गल आ गई। थीसिस लाइन च आप एग्जामिनर नूं क्लीयर करना कि असीं की लिखण जा रहे हैं। इन दिस ऐसे आई विल डिस्कस द मेन रीजन। मैं जिहड़ा इस मतलब ऐसे दे विच की मेन रीजन, तो तुसीं रीजनस पा सकदे थे क्योंकि आप 1 तो 2 करांगे। ठीक है, क्योंकि अपना रीजनस ही पूछा है। ठीक है, मेन रीजनस बिहाइंड दिस अलॉन्ग विद द पॉसीबल सोल्यूशन टू अवॉइड फर्दर डैमेजेस। ठीक है, तो आप की कह रहे हैं कि मैं इस दसूँगा मेन रीजनस दसूँगा बिहाइंड दिस मतलब इस प्रॉब्लम के पिछे। ठीक है, अलॉन्ग विद कादे नाल पॉसीबल सोल्यूशन भी दूंगा टू अवॉइड फर्दर डैमेजेस, जी फर्दर डैमेज ना होवे उहदे लई मैं एक मतलब कि जिहड़े पॉसीबल सोल्यूशन दसूँगा। ठीक है, तो ये आप लिखता जी अपनी रीफ्रेस प्लस थीसिस लाइन इत्थे अपनी कंप्लीट हो गई। हुण आपां गल करदे हैगे जिहड़े BP1 दी। ठीक है, BP1 दे विच आपां की करना हैगा रीजनस। ठीक है, तो रीजनस आप 2 देवांगे। एक रीजनस आप चंगी तरह देना टास्क स्टेटमेंट सपोर्ट आईडी एग्जाम्पल एंड रिजल्ट नाल। ठीक है, तो एक आप उन्होंने इस तरीके नाल लिखना कि गल भी क्लीयर हो जाए बट अपनी ओवर लेंथ भी ना हो। ठीक है, तो हुण आप चलते हैं। टू बिगिन विद देयर आर मैनी रीजनस बिहाइंड द एनीमल एक्सटिंक्शन। ठीक है, तो एनीमल्स की जी एक्सटिंक्शन पिछे बहुत ज़्यादा रीजनस है ना। तो फर्स्ट एंड फॉरमोस्ट की हैगा इज इलीगल हंटिंग। तो इलीगल हंटिंग हैगी है। ठीक है, हुण ये होगी अपनी टास्क स्टेटमेंट। मेन आइडिया देता कि जी इलीगल हंटिंग हैगी वो ये मेन रीजन हैगी आ। हुण आपां उहनूं सपोर्ट करना कि किवें हैगी है। ठीक है, वो चलते हैं। तो वो एक कनैक्टर यूज करना पैना। देखो टास्क स्टेटमेंट लिए टू बिगिन विद कर लिया। हुण आपां जिहड़ा एक्सप्लेन करना हैगा टू एलैबोरेट इट। तो आपां एलैबोरेट कर दिता। इंडिविजुअल्स हैव टू हंट। हैव टू आप करते हैं विच चाहे वो मतलब परसन चाहन चाहे ना चाहन है ना, उन्होंने करनी पै रही है। ठीक है, हंट द एनीमल्स फॉर फूड एज वेल एज फुलफिल देयर अदर नीड्स। देखो जी एनीमल्स की स्किन हैगी है ना बहुत मतलब यूज़ की जाती है। लाइक देख लो शीप की वूल ले की जाती है। तो हरेक मतलब कि जोड़े एनीमल्स नूं बहुत सारे प्रोडक्ट्स नूं प्रोड्यूस करने के यूज़ किया जाता। तो कई थां ते इदां हैगा कि लोग डिपेंड हैगे है ना फूड दे, एक फूड सोर्स आ उन्हां लई जिहड़े एनीमल आ। तो उन्होंने जिहड़ी मतलब कि हंट करना पैंदा वा एनीमल्स नूं। तो आप अगे कहता इट लीड्स टू द डिक्लाइन ऑफ स्पाइसिस पॉपूलेशन। ठीक है, स्पीसीज जिहड़े मतलब कि जिहड़ी उन्हां दी पॉपूलेशन है स्पीसीज दी, तो उन्हां विच डिक्लाइन करदी हैगी आ। तो एक डिक्लाइन नूं लीड करदी आ। तो ये हो गई अपनी एक्सप्लेनेशन। ठीक है, तो हुण अपने कोले की आ गया एग्जाम्पल आ गई। हुण एग्जाम्पल ऐड करांगे, देखते हैं एग्जाम्पल किद्दां ऐड कर सकते आपां। देखो ये नाल जिहड़ी एक सूटेबल एग्जाम्पल सीगी तां आपां ऐड करती, अदरवाइज आपां सर्वे एंड स्टडी भी ऐड कर सकते हैं। देखते हैं आपां एग्जाम्पल की ऐड कीतियां। फॉर एग्जाम्पल एक कनैक्टर, जदों भी तुसीं एक जिहड़ा नवीं चीज़ शुरू करनी है तो तुसीं उहदे लई कनैक्टर जरूर यूज़ करना। टू बिगिन विद आपां टास्क स्टेटमेंट लई, एलैबोरेट करने लई आपां की लिखता टू एलैबोरेट इट है ना। तो जिहड़ी एग्जाम्पल देण लगी फॉर एग्जाम्पल द बंगाल टाइगर विच इज़ फाउंड इन द बे ऑफ बंगाल। ठीक है, बे खाड़ी हुंदा। ठीक है, बे ऑफ बंगाल इज़ हंटेड टू एन एक्सटेंड। तो जिहड़े वो कि टाइगर सीगे जिहड़े बंगाल की खाड़ी ते मिलते हैगे आ, वो एक इस मतलब कि हंटेड किए गए आ एन एक्सटेंड, एक ऐसी हद तक किए गए आ दैट देयर आर लैस दैन 50 टाइगर्स अलाइव इन 2 डेज़ टाइम। कि इस तरीके नाल जिहड़ा उन्हां नूं हंट कर दिता गया हैगा कि वो सिर्फ जिहड़े 50 टाइगरस ही रह गए है ना अज के टाइम के विच। तो एक जी सूटेबल सीगी तो आप जी ऐड कर दी, नहीं अदरवाइज आप सर्वे एंड स्टडी भी ऐड कर सकते हैं। हुण अपने को रिजल्ट आ गया। रिजल्ट लिए आपको फिर एक कनैक्टर यूज़ करना पैना एज अ रिजल्ट। ठीक है, कनैक्टर तुसीं नोट कर लो ये कनैक्टर इन दिस वे। तो इन दिस जिहड़ा ये आप बीबी लिखता हैगा। ठीक है, टास्क स्टेटमेंट देती, एलैबोरेशन की हैगी, तो एग्जाम्पल देती, उहदे बेस ते आपां रिजल्ट दे रहे हैं। वाइल्ड स्पीसीज आर डिक्लाइंड बाय ह्यूमनस एक्ट। तो जिहड़ी कि वाइल्ड जिहड़ी एनीमल्स हैगे आ वो कि डिक्लाइन हो रहे बाय कादे ह्यूमनस एक्ट। ठीक है, तो ह्यूमनस के एक्ट। हुण अपने कोले इत्थों तक तो हो गया कंप्लीट।
टास्क स्टेटमेंट भी देती, सपोर्ट आइडिया भी देता, एग्जाम्पल भी देती, रिजल्ट भी दे दी। ठीक है, तुसीं वो अपना जिहड़ा लेंथ दा कवर कर लेना अपना भी, जे आपां इन एडिशन पा के करना है तो तुसीं थोड़ा जिहा मतलब एलैबोरेट घट कर दो, क्योंकि आपां लेंथ का भी थोड़ा जिहा ध्यान रखना हुंदा वो थोड़ी तरीके नाल, क्योंकि जदों आपां डेली लिखते हैं तो आपां नूं पता हुंदा कि अपने इत्थे क जाके इन्ने क वर्ड बन जाते हैं। ठीक है, तो तुसीं उस हिसाब नाल ऐड कर सकते हैं। हुण मैं तुहानूं दसदी कि इन एडिशन का आपां यूज़ किद्दां करना। देखो एक रीजन देता, हुण रीजनस तो आप एक तो ज़्यादा देने पैने क्योंकि उन्होंने अपने रीजनस पूछा, तो हुण आपां इन एडिशन पा के लिखांगे इन एडिशन। ठीक है, इंक्रीजिंग पापूलेशन, तो जी पापूलेशन इंक्रीज हो रही है, हैज़ ऑलसो ग्रेट कंट्रीब्यूशन टू इनहैंस द रिस्क फॉर एनीमल लाइफ। तो जी पापूलेशन इंक्रीज हो रही हैगी आ ह्यूमनस की, तो वो की करती हैगी आ, उहदा भी एक योगदान हैगा गा की करने विच, जिहड़ा खतरा वधाउण लई एनीमल्स की लाइफ लई खतरा वधाउण विच उहदा भी एक योगदान हैगा। ठीक है, कातों हैगा वो आप एक लाइन्स दे विच दसना है, क्योंकि आप ज़्यादा एलैबोरेट नहीं करना, बट थोड़ा समझ आ जाए इन्ना क देखना आपां। बिकॉज पीपल आर डिस्टर्ब देयर नैचुरल हैबिटेट। तो हुण तुसीं इहनूं पढ़ के आप देख सकते कि तुहानूं जिहड़ी गल आपां कह रहे हैं वो आपां नूं समझ आ रही है। आपां इत्थे ये गल कही है कि जिहड़ी पापूलेशन हैगी आ इंक्रीज हो रही आ, उहदा बहुत ज़्यादा मतलब कि योगदान हैगा गा रिस्क वधाउण लई एनीमल्स लई। ठीक है, क्योंकि जिहड़े लोकी हैगे आ उन्हां दा डिस्टर्ब कर रहे हैं नैचुरल हैबिटेट। देखो हुण डिफोरेस्टेशन हो रही हैगी आ, मतलब ह्यूमनस ही कर रहे हैगे ना, इंडस्ट्रियां लई कर रहे आ, आपदे डिफरेंट पर्पज़ लई वो जिहड़ा मतलब जंगलां नूं डिस्ट्रॉय कर रहे हैं, है ना। तो इस तरीके नाल की हैगा उन्हां दा जिहड़ा नैचुरल हैबिटेट वो खराब हो रहा ना, डिस्टर्ब हो रहा वा, तो इसलिए आपां कह सकते हैं। तो हुण अपने कोल दो रीजनस हो गए, BP1 तो हो गया अपना कंप्लीट। ठीक है, इन एडिशन ते अपार्ट फ्रॉम दिस का भी सेम मीनिंग है, तुसीं इन एडिशन ऐड कर सकते हैं या फिर अपार्ट फ्रॉम दिस कर सकते हैं। ठीक है, तो ये हो गया। हुण आपां गल करनी हैगी BP2 की। BP2 दे विच आपां एक ही सोल्यूशन दसांगे, बिकॉज आपां उन्होंने कोई नहीं कहा हैगा कि सोल्यूशनस दसो ना, सिंपल उन्होंने पूछा कि वट कैन बी डन टू सॉल्व दिस प्रॉब्लम, तो की असीं कर सकते हैगे आ BP2 दे विच। समटाइम जिहड़ी ये स्टेटमेंट होंदी इदां भी आ जाती हैगी कि वट इज़ द मेन रीजन, एक रीजन पूछ लेंदे, एक ही सोल्यूशन पूछ लेंदे, तो तुसीं सिंपली इन एडिशन अपार्ट फ्रॉम रिमूव कर देना, तो सिंपली लिख सकते हैं। ठीक है, जे उन्होंने तुहानूं पूछ लिया रीजनस दो पूछ लिया, तो तुसीं BP1 दे विच इन एडिशन या अपार्ट फ्रॉम ऐड कर देना। जे तुहानूं उन्होंने सोल्यूशन पूछ लिया हैगे आ, तो फिर तुसीं BP2 दे विच ऐड कर देना हैगा। ठीक है, वो जिस हिसाब नाल अपनी स्टेटमेंट आऊगी उस तरीके नाल कर लेना आपां। हुण अपने कोले अगे आ गए आ सोल्यूशनस, शिफ्टिंग टूवर्ड द सोल्यूशन टू टैकल विद दिस प्रॉब्लम। ठीक है, तो आप गल करते हैं कि इस प्रॉब्लम नूं जिहड़ा कि करन लई ये भी एक अपना कनैक्टर ही हैगा। ठीक है, शिफ्टिंग टूवर्ड द सोल्यूशन टू टैकल विद दिस प्रॉब्लम। जे तुसीं ये नहीं लिखना, तुसीं हाउ एवर भी लिख सकते हैं, वाइल भी लिख सकते हैं, मतलब कॉन्ट्रैक्ट हो रहा सोल्यूशन चल रहे हैं जब। तो आपां हुण गल करते हैं जिहड़ी टास्क स्टेटमेंट आ, टास्क स्टेटमेंट की आ, नो डाउट गवर्नमेंट हैज़ मैनी ऑप्शनस टू सॉल्व दिस प्रॉब्लम। ये कोई डाउट नहीं है कि जिहड़ी गवर्नमेंट को बहुत तरीके है इस प्रॉब्लम में सॉल्व करने लिए। फर्स्टली की कर सकती है, दे शुड बैन ऑन इलीगल हंटिंग इन ऑर्डर टू प्रिवेंट वाइल्ड लाइफ। ठीक है, तो वह की कर सकती है कि बैन कर सकती है अगेंस्ट कादे इलीगल हंटिंग, जी इलीगल हंटिंग आ वो जो बैन कर सकती गवर्नमेंट की करने विच इन ऑर्डर टू प्रिवेंट वाइल्ड लाइफ। तो जो तुसीं इन ऑर्डर टू एक सेंटेंस वेरीएशन हैगी तुसीं कर सकते। आप देखो सेंटेंस वेरीएशन बाय वाला भी सेंटेंस बनाया सीगा कंपलैक्स, है ना, तो आप ऐड करते पे हैं। तो इदा तुसीं जिहड़ा कर सकते। वकैब भी आप चेंज की, कितने ह्यूमनस बीइंग कर रहे हैं आप, है ना, कितने इंडिविजुअल्स कर रहे हैं, इस तरह जो अपना वकैब का पार्ट भी कवर हो रहा है। ठीक है, तो एनीमल्स कर रहे हैं, स्पीसीज कर रहे हैं, है ना, तो कुछ भी। तो हुण आप गल करते हैं कि जिहड़ी टास्क स्टेटमेंट अपनी होगी कि वो की कर सकते हैं इन ऑर्डर टू प्रिवेंट वाइल्ड लाइफ नूं प्रिवेंट करन दे लई वो की कर सकते हैं हंटिंग ते रोक ला सकती है। ठीक है, गवर्नमेंट। तो हुण आपां इहनूं एक्सप्लेन करांगे। देखो पहला विच आपां एलैबोरेट कनैक्टर यूज़ कीता सी, हुण आपां नहीं यूज़ करांगे BP2 दे विच। तो आपां की करें टू एक्सप्लेन इट। तो हुण आपां की कीता, दे मस्ट इंप्लीमेंट। तो उन्होंने की करना चाहिए, देखो पहला आप सेंटेंस बना चुके हैं दे शुड। ठीक है, तो दे शुड दे नाल बना सकते, तुसीं आउट टू भी बना सकते हैं। तो जो अपना सैकेंड एलैबोरेशन दे विच आपां पाया उत्थे आपां की कर दिता है, मस्ट कर दिता। ठीक है, दे मस्ट इंप्लीमेंट, इंप्लीमेंट का मतलब होंदा लागू करना। ठीक है, स्ट्रिक्ट रूल्स एंड रेगूलेशन। तो उन्होंने जिहड़े इंप्लीमेंट करने चाहिए स्ट्रिक्ट रूल्स एंड रेगूलेशन रिगार्डिंग द सेफ्टी ऑफ फॉरेस्ट। तो जिहड़े जंगलों की सेफ्टी के लिए उन्होंने करना चाहिए है। ठीक है, ऑफकोर्स जो जंगलों की सेफ्टी लिए करनगे तो एनीमल्स जिहड़े हैगे आ वो सेफ होणगे। तो अगे आप एक लाइन होर ऐड करती, इट बिकम्स मैंडेटरी फॉर दैम। तो ये उन्होंने एक जरूरी आ, मतलब करना चाहिए ही आ गवर्नमेंट नूं। ठीक है,
ਤਾਂ ਇਹ ਆਪਾਂ ਕਰ ਦਿੱਤਾ। ਹੁਣ ਆਪਣਾ ਜਿਹੜੀ ਇਲੈਬੋਰੇਸ਼ਨ ਹੋ ਗਈ, ਹੁਣ ਆਪਾਂ ਐਗਜ਼ਾਮਪਲ ਐਡ ਕਰਾਂਗੇ। ਐਗਜ਼ਾਮਪਲ ਦੇ ਵਿੱਚ ਆਪਾਂ ਇੱਕ ਸਰਵੇ ਪਾਇਆ ਹੈਗਾ, ਸਰਵੇ ਦੇਖਦੇ ਹਾਂ। ਫੋਰ ਇੰਸਟੈਂਸ ਐਜ਼ ਪਰ ਅ ਸਰਵੇ, ਐਗਜ਼ਾਮਪਲ ਲਈ ਆਪਾਂ ਕੀ ਯੂਜ਼ ਕੀਤਾ, ਫੋਰ ਇੰਸਟੈਂਸ, ਤੇ ਆਪਾਂ BP1 ਦੇ ਵਿੱਚ ਕੀ ਯੂਜ਼ ਕੀਤਾ ਸੀਗਾ, ਫੋਰ ਐਗਜ਼ਾਮਪਲ, ਠੀਕ ਆ। ਐਜ਼ ਪਰ ਅ ਸਰਵੇ, ਇੱਕ ਸਰਵੇ ਦੇ ਮਤਲਬ ਕਿ ਦੇਖਿਆ ਜਾਵੇ ਤਾਂ ਆਫਟਰ ਦਾ ਬੈਨ ਆਫ ਡੀਅਰ ਹੰਟਿੰਗ ਇਨ ਇੰਡੀਆ, ਠੀਕ ਆ, ਹਿਰਨ ਦੀ ਜਿਹੜੀ ਹੰਟਿੰਗ ਸੀਗੀ ਉਹ 'ਤੇ ਰੋਕ ਲਾਉਣ ਤੋਂ ਬਾਅਦ 70% ਆਫ ਡੀਅਰਸ ਆਰ ਸੇਵਡ ਫਰੋਮ ਬਿਕਮਿੰਗ ਅ ਪ੍ਰੇ ਆਫ ਹਿਊਮਨਸ, ਠੀਕ ਆ। ਤੇ ਜਿਹੜੇ 70% ਆ ਉਹ ਜਿਹੜੇ ਮਤਲਬ ਕਿ ਡੀਅਰਸ ਆ ਸੇਵ ਕੀਤੇ ਜਾ ਰਹੇ ਆ, ਕੀ ਕਾਹਦੇ ਲਈ, ਮਤਲਬ ਕਿਸ ਚੀਜ਼ ਤੋਂ, ਬਿਕਮਿੰਗ ਅ ਪ੍ਰੇ ਆਫ, ਪ੍ਰੇ ਹੁੰਦਾ ਸ਼ਿਕਾਰ, ਠੀਕ ਆ, ਮਤਲਬ ਲੋਕਾਂ ਦਾ ਸ਼ਿਕਾਰ ਬਣਨ ਤੋਂ ਜਿਹੜੇ ਰੋਕ ਕੇ ਸੇਵ ਕੀਤੇ ਜਾ ਰਹੇ ਹੈਗੇ ਆ, ਠੀਕ ਆ। ਤਾਂ ਹੁਣ ਆਪਾਂ ਕੀ ਰਿਜ਼ਲਟ ਦੇ ਰਹੇ ਆ, ਰਿਜ਼ਲਟ ਲਈ BP1 ਦੇ ਵਿੱਚ ਆਪਾਂ ਐਜ਼ ਅ ਰਿਜ਼ਲਟ, ਇੱਥੇ ਆਪਾਂ ਹੁਣ ਦੇਅਰਫੋਰ, ਠੀਕ ਆ, ਦੇਅਰਫੋਰ ਦਿਸ ਐਕਟ ਇਜ਼ ਪ੍ਰੂਵਡ, ਤਾਂ ਇਹ ਪ੍ਰੂਵ ਹੋ ਚੁੱਕਿਆ ਹੈਗਾ। ਦੇਖੋ ਜਦੋਂ ਐਗਜ਼ਾਮਪਲ ਤੋਂ ਵੀ ਕਲੀਅਰ ਹੋ ਗਿਆ ਕਿ 70% ਜਿਹੜੇ ਬਚਾਏ ਜਾ ਰਹੇ ਹੈਗੇ ਆ, ਹੈ ਨਾ, ਤਾਂ ਫਿਰ ਇਹ ਪ੍ਰੂਵਡ ਹੋ ਗਿਆ। ਬੈਨੀਫੀਸ਼ੀਅਲ ਟੂ ਸੇਵ ਸੈਵਰਲ ਲਾਈਵਸ ਆਫ ਐਨੀਮਲ, ਤਾਂ ਜਿਹੜੀਆਂ ਬਹੁਤ ਸਾਰੇ ਐਨੀਮਲਸ ਦੀ ਜ਼ਿੰਦਗੀ ਬਚਾਉਣ ਵਿੱਚ ਇਹ ਬੈਨੀਫੀਸ਼ੀਅਲ ਪ੍ਰੂਵਡ ਹੋਇਆ ਵਾ। ਤਾਂ ਇਹ ਹੋ ਗਿਆ ਆਪਣਾ BP2। ਜੇ ਆਪਣੇ ਕੋਲ ਸੋਲਿਊਸ਼ਨਸ ਹੁੰਦਾ ਤਾਂ ਆਪਾਂ ਇੱਥੇ ਅਪਾਰਟ ਫਰੋਮ ਪਾ ਕੇ ਤਾਂ ਇੱਕ ਜਿਹੜਾ ਸੋਲਿਊਸ਼ਨ ਹੋਰ ਦੇ ਦੇਣਾ ਸੀ, ਠੀਕ ਆ। ਤਾਂ ਹੁਣ ਆਪਾਂ ਕਨਕਲੂਜਨ ਦੀ ਗੱਲ ਕਰਦੇ ਹਾਂ। ਕਨਕਲੂਜਨ ਕੀ ਆਪਣੇ ਕੋਲ, ਟੂ ਕਨਕਲੂਡ ਇਟ, ਠੀਕ ਆ, to conclude it, although the two main reason behind the animals extinction, ਤਾਂ ਜਿਹੜੇ ਐਨੀਮਲ ਦੀ ਐਕਸਟਿੰਕਸ਼ਨ ਦੇ ਪਿੱਛੇ ਹੈਗੇ ਦੋ ਰੀਜ਼ਨਸ ਹੈਗੇ ਆ, ਮੇਨ ਰੀਜ਼ਨਸ ਕਿਹੜੇ ਆ, such as hunting as well as over population, ਠੀਕ ਆ। ਤਾਂ ਉੱਥੇ ਆਪਾਂ ਕੀ ਕੀਤਾ, ਇੰਕਰੀਜ਼ਿੰਗ ਪਾਪੂਲੇਸ਼ਨ ਕਿਹਾ ਸੀ ਨਾ ਆਪਾਂ, ਤਾਂ ਇੱਥੇ ਆਪਾਂ ਕੀ ਕਰ ਰਹੇ ਹਾਂ, ਓਵਰ ਪਾਪੂਲੇਸ਼ਨ ਕਰ ਰਹੇ ਹਾਂ, ਠੀਕ ਆ। ਯੈਟ, ਪਰ ਫਿਰ ਵੀ ਜਦੋਂ ਤੁਸੀਂ although ਯੂਜ਼ ਕੀਤਾ ਹੈਗਾ ਨਾ, ਜਿੱਥੇ ਆਪਣੇ ਕੋਲੇ although ਆ ਗਿਆ ਉਹਦੇ ਨਾਲ ਤੁਸੀਂ but ਯੂਜ਼ ਨਹੀਂ ਕਰਨਾ, ਤਾਂ ਆਪਾਂ ਯੈਟ ਜਾਂ ਫਿਰ ਤੁਸੀਂ ਸਿੰਪਲੀ ਕੌਮਾ ਵੀ ਪਾ ਸਕਦੇ ਹੈਗੇ ਆ, ਠੀਕ ਆ। ਤਾਂ ਉਹ ਕਹਿੰਦੇ ਭਾਵੇਂ ਜਿਹੜੇ ਇਹ ਰੀਜ਼ਨ ਹੈਗੇ ਆ, ਮੇਨ ਰੀਜ਼ਨ ਆ ਹੰਟਿੰਗ ਤੇ ਓਵਰ ਪਾਪੂਲੇਸ਼ਨ ਇਸ ਪ੍ਰੋਬਲਮ ਦੇ ਪਿੱਛੇ, ਯੈਟ ਦਿਸ ਪ੍ਰੋਬਲਮ ਕੈਨ ਬੀ ਸੋਲਵਡ, ਪਰ ਫਿਰ ਵੀ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਸੋਲਵ ਕੀਤੀ ਜਾ ਸਕਦੀ ਬਾਈ ਦਾ ਗਵਰਨਮੈਂਟਸ ਐਕਸ਼ਨ ਅਗੇਂਸਟ ਹੰਟਿੰਗ ਐਜ਼ ਮੈਂਸ਼ਨ ਇਨ ਦਾ ਐਸੇ। ਦੇਖੋ ਆਪਾਂ ਜਿਹੜਾ ਕਨਕਲੂਜਨ ਕਿੱਦਾਂ ਲਿਖਿਆ, ਇੱਕ ਤਾਂ although ਤੇ ਆਪਣੇ ਕੋਲੇ ਜਿਹੜੀ ਜੈਟ ਵਾਲੀ ਸੈਂਟੈਂਸ ਵੇਰੀਏਸ਼ਨ ਆ ਗਈ ਹੈ ਨਾ, ਫਿਰ ਆਪਾਂ ਜਿਹੜੀ ਵਕੈਬ ਦਾ ਪਾਰਟ ਵੀ ਕਵਰ ਕਰ ਲਿਆ, ਓਵਰ ਪਾਪੂਲੇਸ਼ਨ ਕਰ ਦਿੱਤਾ ਹੈਗਾ, ਹੈ ਨਾ। ਤਾਂ ਫਿਰ ਆਪਾਂ ਕੀ ਕਹਿ ਦਿੱਤਾ ਹੈਗਾ ਵੀ ਜਿਹੜੀ ਆਪਣੇ ਕੋਲੇ ਸੋਲਿਊਸ਼ਨਸ ਮਤਲਬ ਰੀਜ਼ਨ ਸੀਗੇ ਉਹ ਤਾਂ ਆਪਾਂ ਇੱਥੇ ਮੈਂਸ਼ਨ ਕਰਤੇ ਕਨਕਲੂਜਨ ਦੇ ਵਿੱਚ, ਜਿਹੜੇ ਮਤਲਬ ਕਿ ਆਪਣੇ ਕੋਲੇ ਰੀਜ਼ਨ ਸੀਗੇ ਹੈ ਨਾ ਉਹ ਆਪਾਂ ਮੈਂਸ਼ਨ ਕਰ ਦਿੱਤੇ, ਜਿਹੜੇ ਸੋਲਿਊਸ਼ਨ ਸੀ ਉਹ ਆਪਾਂ ਇਹ ਨਹੀਂ ਮੈਂਸ਼ਨ ਨਹੀਂ ਕੀਤੇ, ਆਪਾਂ ਐਂ ਕਹਿ ਦਿੱਤਾ ਕਿ ਐਜ਼ ਮੈਂਸ਼ਨ ਇਨ ਦਾ ਐਸੇ, ਕਿ ਉਹ ਪਹਿਲੇ ਵੀ ਐਸੇ ਦੇ ਵਿੱਚ ਦੱਸੇ ਹੈਗੇ ਆ, ਹੈ ਨਾ। although ਆਪਾਂ ਦੱਸੇ ਮਤਲਬ ਕਿ ਸੋਲਿਊਸ਼ਨ ਰੀਜ਼ਨ ਦੋਨੇ ਹੀ ਹੈਗੇ ਆ, ਬਟ ਆਪਾਂ ਇੱਥੇ ਮਤਲਬ ਕਰ ਦਿੱਤਾ ਕਿ ਆਪਣੀ ਜਿਹੜੀ ਵੇਰੀਏਸ਼ਨ ਆ ਜਾਵੇ, ਤਾਂ ਆਪਾਂ ਦੱਸਦਾ ਕਿ ਹੰਟਿੰਗ ਐਜ਼ ਮੈਂਸ਼ਨ ਇਨ ਦਾ ਐਸੇ। ਤਾਂ ਇੱਕ ਇਹ ਆਪਣੇ ਕੋਲ ਜਿਹੜੀ ਟਾਈਪ ਹੁੰਦੀ ਆ ਆਪਣੇ ਕੋਲ ਜਿਹੜਾ ਪ੍ਰੋਬਲਮ ਤੇ ਮਤਲਬ ਰੀਜ਼ਨ ਤੇ ਸੋਲਿਊਸ਼ਨ ਨੂੰ ਰਿਪਰੈਜ਼ੈਂਟ ਕਰਨ ਲਈ। ਤਾਂ ਹੁਣ ਆਪਾਂ ਜਿਹੜੀ ਸੈਕਿੰਡ ਟਾਈਪ ਦੀ ਗੱਲ ਕਰਦੇ, ਮੈਂ ਥੋੜ੍ਹਾ ਜਿਹਾ ਦੱਸ ਦਿੰਦੀ ਹਾਂ ਕਿ ਉਹ ਕਿਵੇਂ ਹੁੰਦਾ ਗਾ। ਉਹ ਆਪਣੇ ਕੋਲ ਹੁੰਦਾ ਲਾਈਕ ਜਿਵੇਂ BP1 ਦੇ ਵਿੱਚ ਆਪਾਂ ਟਾਸਕ ਸਟੇਟਮੈਂਟ ਸਾਰਾ ਕੁਛ ਐਡ ਕਰਕੇ ਕਰ ਦਿੰਦੇ ਹਾਂ, ਅਤੇ ਆਪਾਂ ਜਿਹੜਾ BP1 ਦੇ ਵਿੱਚ ਹੀ ਉਹਦਾ ਸੋਲਿਊਸ਼ਨ ਐਡ ਕਰ ਦਿੰਦੇ ਹਾਂ। ਪਹਿਲਾਂ ਪ੍ਰੋਬਲਮ ਦੱਸਦੇ ਹਾਂ, ਫਿਰ ਸੋਲਿਊਸ਼ਨ ਐਡ ਕਰ ਦਿੰਦੇ ਹਾਂ, ਹੈ ਨਾ। ਫਿਰ ਆਪਾਂ ਰੀਜ਼ਨ ਦੱਸਦੇ ਹਾਂ BP2 ਦੇ ਵਿੱਚ, ਉਵੇਂ ਆਪਾਂ ਜਿਹੜਾ ਉਹਦੇ ਵਿੱਚ ਹੀ ਜਿਹੜਾ ਉਹਦਾ ਸੋਲਿਊਸ਼ਨ ਐਡ ਕਰ ਦਿੰਦੇ ਹਾਂ। ਅਤੇ ਇਹ ਟਾਈਪ ਵੀ ਤੁਹਾਨੂੰ ਮੈਂ ਚੰਗੀ ਤਰੀਕੇ ਸੈਂਪਲ ਆਨਸਰ ਦੀ ਹੈਲਪ ਦੇ ਨਾਲ ਮਤਲਬ ਕਿ ਦੱਸੂਗੀ। ਆਪਾਂ ਨੈਕਸਟ ਵੀਡੀਓ ਵਿੱਚ ਇਹਦੀ ਗੱਲ ਕਰਾਂਗੇ। ਤਾਂ ਅੱਜ ਦੀ ਆਪਾਂ ਜਿਹੜੀ ਟਾਈਪ ਬਾਰੇ ਇਹੀ ਗੱਲ ਕਰਨੀ ਸੀਗੀ ਕਿ ਆਪਾਂ ਕਿੱਦਾਂ ਜਿਹੜਾ ਸੋਲਵ ਕਰ ਸਕਦੇ ਹੈਗੇ ਹਾਂ ਰੀਜ਼ਨ ਐਂਡ ਸੋਲਿਊਸ਼ਨ ਜਿਹੜਾ ਐਸੇ ਆਪਣੇ ਕੋਲ ਟਾਈਪ ਹੁੰਦੀ ਹੈ ਰਾਈਟਿੰਗ ਟਾਸਕ 2 ਦੇ ਵਿੱਚ। ਤਾਂ ਆਈ ਹੋਪ ਜਿਹੜੀ ਵੀਡੀਓ ਤੁਹਾਡੇ ਲਈ ਯੂਜ਼ਫੁਲ ਹੋਊਗੀ। ਥੈਂਕਸ ਫॉर ਵਾਚਿੰਗ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ।